Good morning, students. So now let us continue with determiners only. So in the last lectures, we had discussed about the various types of determiners. So there are demonstrative determiners. For example, this, that, these, those. Then there are possessive determiners. For example, her, his, one's, one must keep one's promises. And then there are determiners of quantity. Yeah, so any, some, these are the determiners of quantity, many. And then determiners of quantity आ जाऊगा much. क्लियर, ਜਿਹੜੀ ਚੀਜ਼ ਆਪਾਂ ਨਾਪ ਤੋਲ ਸਕਦੇ ਹਾਂ ਉਹਦੇ ਵਾਸਤੇ determiners of quantity. And then there are determiners of numbers. For example, many, a few, a lot of, the few. ਸੋ ਆਪਾਂ ਇਹ ਵੀ ਗੱਲ ਕੀਤੀ ਸੀਗੀ ਕਿ ਕਿੱਥੇ ਅ ਫਿਊ ਜਦੋਂ ਆਉਂਦਾ ਤਾਂ ਮੀਨਿੰਗ ਚੇਂਜ ਹੋ ਜਾਂਦਾ, ਫਿਊ ਦਾ ਮੀਨਿੰਗ ਹੋਰ ਹੁੰਦਾ। ਇਸੇ ਤਰ੍ਹਾਂ ਦੇ ਨਾਲ ਡਿਟਰਮੀਨਰਸ ਆਫ ਕੁਆਂਟਿਟੀ ਵਿੱਚ ਲਿਟਲ, ਅ ਲਿਟਲ ਅਤੇ ਦ ਲਿਟਲ, ਔਰ ਉਹਨਾਂ ਦਾ ਮੀਨਿੰਗ ਜਿਹੜਾ ਜਦੋਂ ਏ ਲੱਗ ਜਾਂਦਾ ਅੱਗੇ ਤਾਂ ਉਹਦਾ ਮੀਨਿੰਗ ਹੋਰ ਹੋ ਜਾਂਦਾ, ਦ ਲੱਗਦਾ ਤਾਂ ਹੋਰ ਹੁੰਦਾ। ਐਨੀ ਹਾਓ, ਔਰ ਲਾਸਟ ਟਾਈਪ ਕੀ ਸੀਗੀ ਡਿਟਰਮੀਨਰਸ ਦੀ? ਆਰਟੀਕਲਸ, ਏ, ਐਨ ਅਤੇ ਦ। ਸੋ ਨਾਓ ਲੈਟ ਅਸ ਸਟਾਰਟ ਵਿਦ ਸਮ ਸੈਂਟੈਂਸਿਸ। ਇਹ ਹੈਗੀ ਦਿਸ ਇਜ਼ ਅ ਮਿਸਲੇਨੀਅਸ ਐਕਸਰਸਾਈਜ਼। ਮਿਸਲੇਨੀਅਸ ਐਕਸਰਸਾਈਜ਼ ਮੀਨਸ ਕਿ ਇਸ ਐਕਸਰਸਾਈਜ਼ ਦੇ ਵਿੱਚ ਕੋਈ ਵੀ ਡਿਟਰਮੀਨਰ ਤੁਸੀਂ ਫਿਲ ਕਰ ਸਕਦੇ ਹੋ। ਇਨ ਦ ਲਾਸਟ ਐਕਸਰਸਾਈਜ਼ ਵੀ ਹੈਡ ਓਨਲੀ ਫਿਲਡ ਇਨ ਆਰਟੀਕਲਸ, clear, but in this exercise we'll be covering all the types of determiners. For example, demonstrative determiners, possessive determiners of quantity and determiners of numbers and articles. So ਸਾਰੇ ਇਹਨਾਂ ਵਿੱਚ ਕੁਝ ਵੀ ਆ ਸਕਦਾ ਹੈ, ਸੋ ਇਹਨੂੰ ਧਿਆਨ ਨਾਲ ਦੇਖੋ। ਸੋ ਐਗਜ਼ਾਮਸ ਵਿੱਚ ਕਿਉਂਕਿ ਤੁਹਾਨੂੰ ਇਹੀ ਆਉਣਾ ਹੈ ਕਿ ਫਿਲ ਇਨ ਦ ਬਲੈਂਕ, ਫਿਲ ਇਨ ਦ ਬਲੈਂਕਸ ਵਿਦ ਸੂਟੇਬਲ ਡਿਟਰਮੀਨਰਸ। ਕਲੀਅਰ, ਸੋ ਕੋਈ ਵੀ ਆ ਸਕਦਾ, ਸਿਰਫ ਆਰਟੀਕਲ ਹੀ ਨਹੀਂ। ਹੁਣ ਦੇਖੋ ਫਸਟ ਵਿੱਚ ਕੀ ਆਊਗਾ? ਡੂ ਨਾਟ ਮੇਕ ਅ ਨੋਇਜ਼, ਕਿ ਰੌਲਾ ਨਾ ਪਾਓ। ਡੂ ਨਾਟ ਮੇਕ ਅ ਨੋਇਜ਼। ਆਈ ਕੌਟ ਹਿਮ ਬਾਏ ਐਨ ਈਅਰ, ਬਿਲਕੁਲ ਨਹੀਂ ਹੋਏਗਾ। ਕੀ ਹੁੰਦਾ? ਆਈ ਕੌਟ ਹਿਮ ਬਾਏ ਦ ਈਅਰ, ਮੈਂ ਉਹਨੂੰ ਕੰਨੋਂ ਫੜਿਆ। ਆਈ ਕੌਟ ਹਿਮ ਬਾਏ ਦ ਈਅਰ, ਆਈ ਕੌਟ ਹਿਮ ਬਾਏ ਦ ਆਰਮ, ਬਾਹੋਂ ਫੜਿਆ। ਕਲੀਅਰ, ਸੋ ਇਹਦੀ ਇੰਗਲਿਸ਼ ਕੀ ਹੋਏਗੀ? ਬਾਏ ਐਨ ਈਅਰ ਬਿਲਕੁਲ ਵੀ ਨਹੀਂ ਹੋਏਗਾ। ਆਈ ਕੌਟ ਹਿਮ ਬਾਏ ਦ ਈਅਰ। ਇੰਡੀਆ ਇਜ਼, ਇੱਥੇ ਕੀ ਆਏਗਾ ਹੁਣ ਤੁਸੀਂ ਸੋਚੋ? ਇੰਡੀਆ ਇਜ਼ ਮਾਈ ਕੰਟਰੀ। ਸੋ ਕਿਹੜਾ ਵਾਲਾ ਡਿਟਰਮੀਨਰ ਲੱਗਾ? ਡਿਟਰਮੀਨਰ, ਪੋਜੈਸਿਵ ਡਿਟਰਮੀਨਰ। ਕਲੀਅਰ, ਇੰਡੀਆ ਇਜ਼ ਮਾਈ ਕੰਟਰੀ, ਵੀ ਆਰ ਪ੍ਰਾਊਡ ਆਫ ਹਰ। ਸੌਰੀ, ਮਾਈ ਵੀ ਨਹੀਂ ਆਏਗਾ, ਕੀ ਆਏਗਾ? ਆਵਰ। ਇੰਡੀਆ ਇਜ਼ ਆਵਰ ਕੰਟਰੀ। ਸੋ ਕਿਉਂਕਿ ਇੱਥੇ ਕੀ ਲੱਗਾ ਹੋਇਆ? ਵੀ। ਕਲੀਅਰ, ਸੋ ਇੰਡੀਆ ਇਜ਼ ਆਵਰ ਕੰਟਰੀ, ਵੀ ਆਰ ਪ੍ਰਾਊਡ ਆਫ ਹਰ। ਜੇ ਇੱਥੇ ਹੁੰਦਾ ਇੰਡੀਆ ਇਜ਼ ਡੈਸ਼ ਕੰਟਰੀ, ਆਈ ਐਮ ਪ੍ਰਾਊਡ ਆਫ ਹਰ, ਫਿਰ ਕੀ ਆਉਣਾ ਸੀ ਇੱਥੇ? ਇੰਡੀਆ ਇਜ਼ ਮਾਈ ਕੰਟਰੀ। ਕਲੀਅਰ, ਪਰ ਸੋ that is why I always say that we should pay attention to the whole of the sentence. So here there are two sentences. Clear, ਇੱਕੋ ਵਿੱਚ ਹੀ ਦੋ sentences ਹੈਗੇ। ਸੋ ਜੇ ਅਸੀਂ ਇੱਦਾਂ ਕਰਾਂਗੇ ਕਿ ਪਹਿਲੇ ਵਾਲੇ ਨੂੰ ਹੀ ਭਰਤਾ ਜਿੱਦਾਂ ਮੈਂ ਕੀਤਾ ਹੁਣੀ ਕਾਲੀ ਦੇ ਵਿੱਚ, ਕਲੀਅਰ, ਫਿਰ ਕੀ ਹੋ ਜਾਊਗਾ? ਸਾਡਾ ਸੈਂਟੈਂਸ ਗਲਤ ਹੋ ਜਾਊਗਾ। ਸੋ ਦਿਸ ਇਜ਼ ਨੈਵਰ ਇਰਰੈਲੇਵੈਂਟ। ਆਪਾਂ ਕਈ ਵਾਰੀ ਕੀ ਸੋਚਦੇ ਹਾਂ ਵੀ ਐਵੇਂ ਹੀ ਇੱਕ ਸੈਂਟੈਂਸ ਨਾਲ ਐਡ ਕੀਤਾ ਹੋਇਆ, ਬਿਲਕੁਲ ਵੀ ਨਹੀਂ। ਦਿਸ sentence is usually there to give you a hint ਕਿ ਇੱਥੇ ਕੀ ਭਰਨਾ ਹੈ। ਇੰਡੀਆ ਇਜ਼ ਆਵਰ ਕੰਟਰੀ, ਵੀ ਆਰ ਪ੍ਰਾਊਡ ਆਫ ਹਰ। ਸੋ ਜੇ ਇੱਥੇ ਸਪੋਜ਼ ਆਪਾਂ, ਮੈਂ ਜਿਸ ਤਰ੍ਹਾਂ ਮੈਂ ਕੀਤੀ ਕਾਲੀ, ਹਾਲੇ ਕਿ ਮੈਂ ਖੁਦ ਹੀ ਲਿਖੇ ਸੀਗੇ, ਕਲੀਅਰ, ਸੋ ਫਿਰ ਕੀ ਹੋਏਗਾ? ਸੋ ਜੇ ਮੈਂ ਇੱਥੇ ਕਾਲੀ ਕਰੂੰਗੀ ਫਿਰ ਮੈਂ ਗਲਤ ਭਰ ਦਊਂਗੀ। ਜੇ ਇੱਥੇ ਹੁੰਦਾ ਆਈ ਐਮ ਪ੍ਰਾਊਡ ਆਫ ਹਰ, ਫਿਰ ਆਉਣਾ ਸੀ ਇੰਡੀਆ ਇਜ਼ ਮਾਈ ਕੰਟਰੀ, ਬਟ ਇੱਥੇ ਕੀ ਹੈਗਾ? ਵੀ ਆਰ ਪ੍ਰਾਊਡ ਆਫ ਹਰ, ਦੇਅਰਫੋਰ ਇੱਥੇ ਕੀ ਆਏਗਾ? ਇੰਡੀਆ ਇਜ਼ ਆਵਰ ਕੰਟਰੀ। ਸੋ ਨਾਓ ਆਈ ਹੋਪ you are clear about this. I want to buy some mangoes. I want to buy some ਵੀ ਆ ਸਕਦਾ ਹੈ, these ਵੀ ਆ ਸਕਦਾ ਹੈ। okay, so both of them are correct. I want to buy some mangoes ਜਾਂ I want to buy these mangoes, those ਵੀ ਆ ਸਕਦਾ ਹੈ। ਹੁਣ ਨੈਕਸਟ ਦੇਖੋ, I met dash one eyed man. one eyed man means ਜਿਹਦੀ ਸਿਰਫ ਇੱਕ ਅੱਖ ਸੀਗੀ। ਫਿਰ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਮੈਂ ਇੱਕ one eyed man ਨੂੰ ਮਿਲਿਆ ਜਾਂ ਮਿਲੀ। ਸੋ I met a
क्लीयर। हुण ये किहदे तो शुरू हो रहा है, 1 O तो। सो जे आपां बिना सोचे समझे दे जाइए तो इत्थे की आऊगा एन, पर नहीं, बेशक ये ओ नाल शुरू हो रहा 1 आइट, क्लीयर। पर की हैगा यदि आपां की वी हैव टू गो बाय द साउंड, वी हैव टू गो बाय इट्स प्रोनंसिएशन, क्लीयर। दैट इज़ वाई, क्योंकि 1 आइट शुरू ओ तो हो रहा है पर यदि प्रोनंसिएशन किदे तो हैगी है व, 1 आइड ववे तो है, वी तो है, एंड वी इज़ अ कॉन्सोनेंट, देयरफॉर इत्थे की आऊगा आई मैट ए 1 आइड मैन। So I met a 1 eyed man. So I hope it is clear. So we have to go by the sound, we have to go by the pronunciation. Next देखो, he became a good doctor. He became a good doctor. He ordered me to mind my own business. कि उन्हें मैनू की क्या कि मैं अपने काम नाल काम रखना। He ordered me to mind my own business. जे इत्थे हुंदा ही ordered her to mind, फिर क्या आना सी her own business. सो इनू मतलब कि सारे सेंटेंस नू बहुत ध्यान दे नाल पढ़ो। जे इत्थे हुंदा ही ordered him to mind, फिर कित्थे आना सी his. He ordered them to mind, फिर की हो जाना सी their, THEIR. He ordered them to mind their own business. So pay attention to the whole of the sentence. He ordered me to mind my own business. He ordered them to mind their own business. Next देखो, he gave me dash books he had. So इत्थे की वो कन्वे करना चाहता है। So when you read it very carefully, then you will come to know कि वो की कहना चाहता है कि ਉਹਦੇ ਕੋਲ ਜਿੰਨੀਆਂ ਵੀ ਸੀਗੀਆਂ ਉਹਨੇ ਉਹਨਾਂ ਨੂੰ ਦੇ ਦਿੱਤੀਆਂ। So he gave me the books he had. ਉਹਨੇ ਮੈਨੂੰ ਜਿੰਨੀਆਂ ਵੀ ਉਹਦੇ ਕੋਲ ਬੁੱਕਸ ਸੀਗੀਆਂ ਉਹਨੇ ਸਾਰੀਆਂ ਮੈਨੂੰ ਦੇ ਦਿੱਤੀਆਂ। He gave me the books he had. So ਜਦੋਂ ਬੁੱਕਸ ਦੇ ਅੱਗੇ ਦ ਆ ਗਿਆ ਦਾ ਮਤਲਬ ਕੀ ਹੈ ਕਿ ਜਿੰਨੀਆਂ ਵੀ ਸੀਗੀਆਂ ਉਹਨੇ ਸਾਰੀਆਂ ਦੇ ਦਿੱਤੀਆਂ। He gave, so as we discussed earlier also ਕਿ ਇਹ ਹੋਵੇ ਤਾਂ ਹੋਰ ਮੀਨਿੰਗ ਹੋ ਜਾਂਦਾ ਹੈ। So he gave me the books he had. We must do, so ਇੱਥੇ ਵੀ ਆਪਾਂ ਨੂੰ ਕਿਹਦਾ ਧਿਆਨ ਰੱਖਣਾ ਹੈ ਕਿ ਇੱਥੇ ਕੀ ਹੈ। ਸੋ ਇੱਥੇ ਕੀ ਹੈ we, ਤਾਂ ਇੱਥੇ ਕੀ ਆ ਜਾਊਗਾ we must do our duty। ਜੇ ਇੱਥੇ ਹੁੰਦਾ I ਤਾਂ ਫਿਰ ਕੀ ਹੋ ਜਾਣਾ ਸੀ I must do my duty। ਜੇ ਇੱਥੇ ਹੁੰਦਾ he must do, ਫਿਰ ਕੀ ਆ ਜਾਣਾ ਸੀ his duty। ਜੇ she ਹੁੰਦਾ ਇੱਥੇ ਤਾਂ ਫਿਰ ਕੀ ਆ ਜਾਣਾ ਸੀ her duty। ਇਹ ਸੋ you ਜੇ ਹੁੰਦਾ ਤਾਂ you must do, ਫਿਰ ਕੀ ਹੋ ਜਾਣਾ ਸੀ your duty। ਸੋ ਇਸ ਨੂੰ ਧਿਆਨ ਰੱਖਣਾ। ਜੇ ਇੱਥੇ one ਹੋਵੇ one must do, ਫਿਰ ਕੀ ਹੋ ਜਾਣਾ one's, ONE apostrophe S। ਨੈਕਸਟ ਦੇਖੋ, which team won the match। ਸੋ ਇਹ ਵੀ ਇੱਕ ਤਰ੍ਹਾਂ ਦੇ ਡਿਟਰਮੀਨਰਸ ਹੈਗੇ ਆ, WH words। ਸੋ ਇਹਨਾਂ ਨੂੰ ਵੀ ਧਿਆਨ ਨਾਲ ਰੱਖੋ। which team won the match। ਸੋ ਜਦੋਂ ਪਿੱਛੇ ਕੁਐਸਚਨ ਮਾਰਕ ਲੱਗਾ ਹੋਇਆ ਤਾਂ ਕਿਹੜੀ ਟੀਮ ਜਿੱਤੀ। ਸੋ ਜੇ ਇੱਥੇ ਹੁੰਦਾ ਸਪੋਜ਼ ਕੱਲਾ ਡੈਸ਼ ਹੁੰਦਾ, ਟੀਮ ਨਾ ਲਿਖਿਆ ਹੁੰਦਾ ਤੇ ਵਨ ਦਾ ਮੈਚ ਹੁੰਦਾ, ਫਿਰ ਕੀ ਆਣਾ ਸੀ who won the match। ਕਲੀਅਰ, ਫਿਰ ਆ ਜਾਣਾ ਸੀ who won the match। ਸੋ ਹੁਣ ਇਹਨੂੰ ਵੀ ਧਿਆਨ ਨਾਲ। ਸੋ ਜੇ ਪਿੱਛੇ ਕੁਐਸਚਨ ਮਾਰਕ ਹੈ ਤਾਂ ਡਿਟਰਮੀਨਰ ਕਿੱਦਾਂ ਦਾ ਲੱਗੇਗਾ, WH ਵਾਲਾ, ਕੁਐਸਚਨ ਵਾਲਾ। ਕਲੀਅਰ। ਕੀਪ ਟੂ ਡਾਇਰੈਕਸ਼ਨ ਦੇ ਅੱਗੇ ਫਿਰ ਕੀ ਆ ਗਿਆ ਦ ਲੈਫਟ, ਕੀਪ ਟੂ ਦ ਲੈਫਟ। ਸ਼ੀ ਹੈਡ ਐਨ ਇੰਕਪੋਟ ਇਨ ਦ ਬੈਗ। ਉਹਨੇ ਬੈਗ ਦੇ ਵਿੱਚ ਕੀ ਸੀ ਇੰਕਪੋਟ ਸੀ। ਸੋ ਆਪਾਂ ਇੱਥੇ ਅਜ਼ਿਊਮ ਕਰਕੇ ਕੀ ਚੱਲਦੇ ਹਾਂ ਕਿ ਉਹ ਜਾਣਿਆ ਪਛਾਣਿਆ ਬੈਗ ਸੀ। ਸੋ ਸ਼ੀ ਹੈਡ ਐਨ ਇੰਕਪੋਟ ਇਨ ਦ ਬੈਗ। ਨੈਕਸਟ ਦੇਖੋ, ਦ ਕਾਓ ਇਜ਼ ਏ ਯੂਜ਼ਫੁਲ ਐਨੀਮਲ। ਸੋ ਦ ਕਾਓ ਕਿਉਂ ਆਇਆ ਤੇ ਅ ਕਾਓ ਕਿਉਂ ਨਹੀਂ ਆਇਆ, ਕਿਉਂਕਿ ਇੱਥੇ ਆਪਾਂ ਕਿਸੇ ਵੀ ਕਾਓ ਦੀ ਗੱਲ ਨਹੀਂ ਕਰ ਰਹੇ। ਆਪਾਂ ਕਾਓ ਤੋਂ ਸਾਡਾ ਇੱਥੇ ਮਤਲਬ ਕੀ ਹੈਗਾ, ਸਾਰੀਆਂ ਕਾਓਜ਼ ਦੀ ਪ੍ਰਜਾਤੀ। ਸੋ ਜਦੋਂ ਆਪਾਂ ਇੱਦਾਂ ਯੂਜ਼ ਕਰਦੇ ਹਾਂ ਫਿਰ ਕੀ ਆਉਂਦਾ ਦ। ਅਤੇ ਜੇ ਸਪੋਜ਼ ਹੁੰਦਾ ਕਿ ਆਪਾਂ ਇੱਕ ਗਾਂ ਦੀ ਗੱਲ ਕਰ ਰਹੇ ਹਾਂ, ਫਿਰ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਮੈਂ ਕਹਾਂ ਕਿ ਕਾਓ ਇਜ਼ ਆਊਟਸਾਈਡ, ਕਲੀਅਰ। ਇੱਥੇ ਮਤਲਬ ਕੀ ਹੈ ਕਿ ਮੇਰਾ ਇੱਕ ਗਾਂ ਬਾਹਰ ਹੈਗੀ ਹੈ, ਕਲੀਅਰ। ਸੋ ਜਦੋਂ ਮੈਂ ਇੱਕ ਜਾਨਵਰ ਵਾਲੇ ਸੈਂਸ ਨਾਲ ਗੱਲ ਕਰਦੀ ਫਿਰ ਕੀ ਆਊਗਾ ਅ। ਪਰ ਇੱਥੇ ਕਿਉਂਕਿ ਆਪਾਂ ਕੀ ਕਹਿ ਰਹੇ ਹਾਂ ਕਿ ਕਾਓ ਯੂਜ਼ਫੁਲ ਐਨੀਮਲ ਹੈ। ਸੋ ਆਪਾਂ ਸਾਰੀਆਂ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਇਹਦੇ ਅੱਗੇ ਕੀ ਆਊਗਾ ਦ ਕਾਓ ਇਜ਼ ਅ ਯੂਜ਼ਫੁਲ ਐਨੀਮਲ। ਇਸੇ ਤਰ੍ਹਾਂ ਨੈਕਸਟ ਦੇਖੋ, ਕਸ਼ਮੀਰ ਇਜ਼ ਕੀ ਆਏਗਾ ਦ ਸਵਿਟਜ਼ਰਲੈਂਡ ਆਫ ਇੰਡੀਆ। ਕਸ਼ਮੀਰ ਇਜ਼ ਦ ਸਵਿਟਜ਼ਰਲੈਂਡ ਆਫ ਇੰਡੀਆ। ਕਸ਼ਮੀਰ ਦੀ ਖੂਬਸੂਰਤੀ ਕਿਹਦੇ ਬਰਾਬਰ ਦੀ ਹੈਗੀ ਹੈ, ਸਵਿਟਜ਼ਰਲੈਂਡ, ਜਿਹੜਾ ਕਿ ਇੱਕ ਬਹੁਤ ਹੀ ਸੋਹਣਾ ਮੁਲਕ ਹੈ। ਸੋ ਕਸ਼ਮੀਰ ਨੂੰ ਇੰਡੀਆ ਦਾ ਸਵਿਟਜ਼ਰਲੈਂਡ ਕਿਹਾ ਜਾ ਸਕਦਾ।
ਸੋ ਅਦਰਵਾਈਜ਼ ਪ੍ਰੋਪਰ ਨਾਊਨਸ ਦੀ, ਜਿਸ ਹੁਣ ਤੁਹਾਡਾ ਨਾਮ ਹੈਗਾ, ਤੁਹਾਡੇ ਨਾਮ ਦੇ ਅੱਗੇ ਕਦੀ ਵੀ ਦ ਨਹੀਂ ਲੱਗੂਗਾ, ਪਰ ਇੱਥੇ ਕੀ ਹੈ, ਇਸੇ ਤਰ੍ਹਾਂ ਕਿਸੇ ਜਗ੍ਹਾ ਦਾ ਜਿਹੜਾ ਪ੍ਰੋਪਰ ਨਾਊਨ ਹੈ, ਨਾਮ ਹੈ ਜਿਹੜਾ, ਉਹਦੇ ਅੱਗੇ ਦ ਨਹੀਂ ਲੱਗਦਾ, ਪਰ ਇਸ ਸੈਂਸ ਦੇ ਵਿੱਚ ਲੱਗੇਗਾ ਕਸ਼ਮੀਰ ਇਜ਼ ਦ ਸਵਿਟਜ਼ਰਲੈਂਡ ਆਫ ਇੰਡੀਆ। ਨੈਕਸਟ ਦੇਖੋ, ਆਈ ਗੇਵ ਹਿਮ ਏ, ਉਹੀ ਸੇਮ ਗੱਲ ਹੈ ਕਿ ਮੈਂ ਉਹਨੂੰ 1 ਰੁਪਏ ਦਾ ਨੋਟ ਦਿੱਤਾ, ਆਈ ਗੇਵ ਹਿਮ ਏ। ਇੱਥੇ ਵੀ ਬੇਸ਼ੱਕ ਓ ਨਾਲ ਸ਼ੁਰੂ ਹੋ ਰਿਹਾ, ਪਰ ਅਸੀਂ ਉਚਾਰਨ ਦੇਖਦੇ, ਉਚਾਰਨ ਕਿਹਦੇ ਤੋਂ, ਵ ਤੋਂ, ਵੀ ਇਜ਼ ਅ ਕੌਨਸੋਨੈਂਟ। ਮਾਈ ਫਰੈਂਡ ਇਜ਼, ਇੱਥੇ ਵੀ ਕੀ ਹੈਗਾ, ਅਸੀਂ ਕੀ ਕਹਿ ਰਹੇ, ਮੇਰਾ ਫਰੈਂਡ ਇੱਕ ਯੂਨੀਵਰਸਿਟੀ ਪ੍ਰੋਫੈਸਰ ਹੈ, ਮਾਈ ਫਰੈਂਡ ਇਜ਼ ਅ ਯੂਨੀਵਰਸਿਟੀ ਪ੍ਰੋਫੈਸਰ। ਅਗੇਨ ਬੇਸ਼ੱਕ ਇਹ ਇੱਕ ਵਾਊਲ ਤੋਂ ਸ਼ੁਰੂ ਹੋ ਰਿਹਾ ਹੈ, ਯੂ ਤੋਂ ਸ਼ੁਰੂ ਹੋ ਰਿਹਾ ਹੈ, ਪਰ ਅਸੀਂ ਕਿੱਥੋਂ ਜਾਣਾ, ਪ੍ਰੋਨੰਸੀਏਸ਼ਨ ਕੀ ਹੈ, य, ਯੂਨੀਵਰਸਿਟੀ, ਵਾਈ, ਐਂਡ ਵਾਈ ਇਜ਼ ਅ ਕੌਨਸੋਨੈਂਟ, ਦੇਅਰਫੋਰ ਇੱਥੇ ਕੀ ਆਣਾ, ਏ। ਹੀ ਇਜ਼ ਡੈਸ਼ ਬॉय ਹੂ ਸਟੋਲ ਮਾਈ ਪੈਨ, ਖਾਸ ਵੱਲ ਆਪਾਂ ਇਸ਼ਾਰਾ ਕਰ ਰਹੇ ਹਾਂ, ਕਲੀਅਰ, ਜਿਹੜਾ ਕਿ ਹੀ ਇਜ਼ ਦ ਬॉय ਹੂ ਸਟੋਲ ਮਾਈ ਪੈਨ, ਹੀ ਇਜ਼ ਦ ਬॉय ਹੂ ਸਟੋਲ ਮਾਈ ਪੈਨ। ਨੈਕਸਟ ਦੇਖੋ, ਹੀ ਇਜ਼ ਐਨ ਇੰਡੀਅਨ, ਉਹ ਇੱਕ ਭਾਰਤੀ ਹੈ, ਬਟ ਹਿਜ਼ ਵਾਈਫ ਇਜ਼ ਏ ਯੂਰੋਪੀਅਨ। ਸੋ ਦੋਨਾਂ ਵਿੱਚ ਆਪਾਂ ਕਿਹਦੇ ਤੇ ਗਏ, ਆਪਾਂ ਸਾਊਂਡ ਤੇ ਗਏ, ਈ, ਕਲੀਅਰ, ਇੰਡੀਅਨ, ਹੀ ਇਜ਼ ਐਨ ਇੰਡੀਅਨ, ਤੇ ਵਾਈਫ ਬੇਸ਼ੱਕ ਈ ਤੋਂ ਸ਼ੁਰੂ ਹੋ ਰਿਹਾ, ਬਟ ਵੀ ਹੈਵ ਟੂ ਗੋ ਬਾਈ ਦ ਸਾਊਂਡ, ਦੇਅਰਫੋਰ ਯੂਰੋਪੀਅਨ। ਆਈ ਹੈਵ ਨੋਟ ਐਨੀ ਟਾਈਮ, ਮੇਰੇ ਕੋਲ ਵਕਤ ਨਹੀਂ ਹੈ, ਕਿ ਇੱਥੇ ਸਮ ਨਹੀਂ ਆਊਗਾ, ਕਿਉਂਕਿ ਜਦੋਂ ਕੋਈ ਨੈਗੇਟਿਵ ਸੈਂਟੈਂਸ ਹੈ ਫਿਰ ਉੱਥੇ ਸਮ ਨਹੀਂ ਆਊਗਾ, ਉੱਥੇ ਕੀ ਆ ਜਾਊਗਾ, ਐਨੀ। ਆਈ ਹੈਵ ਨੋਟ ਐਨੀ ਟਾਈਮ। ਵੀ ਹੈਵ ਇਨਫ ਫੂਡ, ਸੋ ਇਨਫ ਵੀ ਇੱਕ ਡਿਟਰਮੀਨਰ ਹੈ, we have enough food for 10 people. So now I hope these sentences are clear and you will be able to do them. So now I make an end here.